Good morning, students. Today we are going to start the next chapter, that is the reconstitution of a partnership firm, retirement or the death of a partner. Last chapter ਜਿਹੜਾ ਸੀਗਾ admission of a partner ਸੀ, means ਕਿ ਦੋ ਪਾਰਟਨਰ ਸਪੋਜ਼ ਪਹਿਲਾਂ ਤੋਂ ਹੀ ਪਾਰਟਨਰਸ਼ਿਪ ਫਰਮ ਰਨ ਕਰ ਰਹੇ ਆ ਅਤੇ ਇੱਕ ਨਿਊ ਪਾਰਟਨਰ ਜਿਹੜਾ ਹੈ ਉਹਦੇ ਵਿੱਚ ਐਡਮਿਟ ਹੋਇਆ। ਬਸ ਇਸ ਚੈਪਟਰ ਦੇ ਵਿੱਚ ਕੀ ਆ ਕਿ ਤੁਹਾਡਾ ਇੱਕ ਪਾਰਟਨਰ ਕੋਈ ਵੀ ਰਿਟਾਇਰ ਹੋ ਰਿਹਾ ਜਾਂ ਫਿਰ ਡਿਸੀਜ਼ ਹੋ ਰਿਹਾ। ਅਗਰ ਰਿਟਾਇਰ ਹੋ ਰਿਹਾ ਦੈਨ ਇਟ ਵਿਲ ਬੀ ਦ ਰਿਟਾਇਰਮੈਂਟ, ਅਗਰ ਡਿਸੀਜ਼ ਹੁੰਦਾ ਦੈਨ ਉਹਨੂੰ ਆਪਾਂ ਡੈਥ ਦਾ ਕੇਸ ਕੰਸਲਟ ਕਰਾਂਗੇ। ਨੈਕਸਟ ਦੇਖੋ, ਸਭ ਤੋਂ ਪਹਿਲਾਂ ਕੀ ਰਿਟਾਇਰਮੈਂਟ ਆਫ ਅ ਪਾਰਟਨਰ, ਵਿਡਰੋਲ ਆਫ ਅ ਪਾਰਟਨਰ ਫਰੋਮ ਦਾ ਪਾਰਟਨਰਸ਼ਿਪ ਵਿਦ ਦਾ ਕੰਸੈਂਟ ਆਫ ਅਦਰ ਪਾਰਟਨਰ। ਮੀਨ ਜਦੋਂ ਇੱਕ ਪਾਰਟਨਰ ਪਾਰਟਨਰਸ਼ਿਪ ਦੇ ਵਿੱਚ ਵਿਡਰੋਲ ਮਤਲਬ ਕਿ ਪਾਰਟਨਰਸ਼ਿਪ ਖਤਮ ਕਰ ਦਿੰਦਾ ਆ, ਜਾਂ ਤਾਂ ਸਾਰੇ ਜਿਹੜੇ ਬਾਕੀ ਅਦਰ ਪਾਰਟਨਰਸ ਨੇ ਉਹਨਾਂ ਦੀ ਸਲਾਹ ਲੈ ਕੇ ਔਰ ਐਜ਼ ਪਰ ਦਾ ਪ੍ਰੋਵੀਜ਼ਨ ਆਫ ਦੀ ਪਾਰਟਨਰਸ਼ਿਪ ਡੀਡ, ਜਾਂ ਫਿਰ ਪਾਰਟਨਰਸ਼ਿਪ ਡੀਡ ਦੇ ਵਿੱਚ ਪ੍ਰੋਵੀਜ਼ਨਸ ਦੇ ਅਕੋਰਡਿੰਗ ਜਿਹੜਾ ਆ ਉਹ ਰਿਟਾਇਰ ਹੋਣਾ ਚਾਹ ਰਿਹਾ ਆ, ਔਰ ਬਾਈ ਗਿਵਿੰਗ ਨੋਟਿਸ ਆਫ ਰਿਟਾਇਰਮੈਂਟ ਇਜ਼ ਟਰਮਡ ਐਜ਼ ਰਿਟਾਇਰਮੈਂਟ ਆਫ ਅ ਪਾਰਟਨਰ। ਜਾਂ ਫਿਰ ਉਹ ਰਿਟਾਇਰਮੈਂਟ ਦਾ ਕੋਈ ਨੋਟਿਸ ਦੇ ਦਿੰਦਾ ਹੈ ਕਿ ਮੈਂ ਇਸ ਫਰਮ ਦੇ ਵਿੱਚ ਜਿਹੜਾ ਕੰਟੀਨਿਊ ਨਹੀਂ ਕਰਨਾ ਚਾਹੁੰਦਾ। ਅ ਪਾਰਟਨਰ ਹੂ ਕੱਟ ਹਿਜ਼ ਕਨੈਕਸ਼ਨ ਵਿਦ ਦਾ ਫਰਮ ਇਜ਼ ਕਾਲਡ ਅ ਰਿਟਾਇਰਿੰਗ ਪਾਰਟਨਰ ਔਰ ਆਊਟਗੋਇੰਗ ਪਾਰਟਨਰ। ਅਤੇ ਜਿਹੜਾ ਪਾਰਟਨਰ ਆਪਣਾ ਫਰਮ ਦੇ ਨਾਲ ਕਨੈਕਸ਼ਨ ਕੱਟ ਕਰ ਦਿੰਦਾ ਆ ਉਹਨੂੰ ਆਪਾਂ ਰਿਟਾਇਰਿੰਗ ਪਾਰਟਨਰ ਜਾਂ ਫਿਰ ਆਊਟਗੋਇੰਗ ਪਾਰਟਨਰ ਬੋਲਦੇ ਹਾਂ। ਰਿਟਾਇਰਮੈਂਟ ਆਫ ਅ ਪਾਰਟਨਰ ਲੀਡਸ ਟੂ ਦੀ ਰੀਕਨਸਟੀਟਿਊਸ਼ਨ ਆਫ ਦਾ ਪਾਰਟਨਰਸ਼ਿਪ ਫਰਮ ਐਜ਼ ਦਾ ਓਰੀਜਨਲ ਐਗਰੀਮੈਂਟ ਬਿਟਵੀਨ ਦਾ ਪਾਰਟਨਰਸ ਕਮ ਟੂ ਐਨ ਐਂਡ। ਮਤਲਬ ਇਹਦੇ ਵਿੱਚ ਕੀ ਆ, ਹੁਣ ਜਿੱਦਾਂ ਰੀਕਨਸਟੀਟਿਊਸ਼ਨ ਹੁੰਦਾ, ਰੀਕਨਸਟੀਟਿਊਸ਼ਨ ਕਿਉਂ ਹੁੰਦਾ ਆ ਕਿਉਂਕਿ ਜਿਹੜੇ ਇੱਕ ਪਾਰਟਨਰ ਚਲਾ ਗਿਆ ਅਤੇ ਬਾਕੀ ਪਾਰਟਨਰਸ ਦੁਬਾਰਾ ਤੋਂ ਆਪਣੀ ਫਰਮ ਜਿਹੜੀ ਆ ਕੰਟੀਨਿਊ ਕਰ ਸਕਦੇ ਆ, ਅਤੇ ਉਹਦੇ ਲਈ ਉਹ ਨਿਊ ਟਰਮਸ ਹੈ ਜਿਹੜੀਆਂ ਨੇ ਕੰਡੀਸ਼ਨਸ ਨੇ ਉਹ ਆਪਸ ਵਿੱਚ ਸੈੱਟ ਕਰਦੇ ਆ, ਨਿਊ ਪਾਰਟਨਰਸ਼ਿਪ ਡੀਡ ਬਣਾਉਂਦੇ ਆ ਐਂਡ ਫਿਰ ਦੁਬਾਰਾ ਤੋਂ ਆਪਣੀ ਫਰਮ ਨੂੰ ਕੰਟੀਨਿਊ ਕਰਦੇ ਆ। The business may continue with the new agreement with the remaining partner. When the partner retire, his share in the firm is to be correctly ascertained and settled. ਅਤੇ ਜਦੋਂ ਇੱਕ ਪਾਰਟਨਰ ਰਿਟਾਇਰ ਹੋ ਜਾਂਦਾ ਆ ਦੈਨ ਉਹਦਾ ਜਿੰਨਾ ਵੀ ਸ਼ੇਅਰ ਬਣਦਾ ਆ, ਜਿੰਨਾ ਟਾਈਮ ਵੀ ਉਹਨੇ ਕੰਪਨੀ 'ਚ ਕੰਮ ਕੀਤਾ ਉਹਨੇ ਤੱਕ ਦਾ ਜਿੰਨਾ ਵੀ ਉਹਦਾ ਸ਼ੇਅਰ ਆਫ ਪ੍ਰੋਫਿਟ ਜਾਂ ਕੋਈ ਲੋਸ ਆ ਉਹਦੀ ਕੈਲਕੂਲੇਸ਼ਨ ਕਰਕੇ ਆਪਾਂ ਉਹਦਾ ਅਕਾਊਂਟ ਸੈਟਲ ਕਰ ਦਿੰਦੇ ਹਾਂ। ਰਾਈਟਸ ਕੀ ਨੇ ਰਿਟਾਇਰਿੰਗ ਪਾਰਟਨਰ ਦੀਆਂ? ਰਿਟਾਇਰਿੰਗ ਪਾਰਟਨਰ ਇਜ਼ ਇੰਟਾਈਟਲ ਟੂ ਗੈਟ ਹਿਜ਼ ਸ਼ੇਅਰ ਆਫ ਕੈਪੀਟਲ, ਮਤਲਬ ਕਿ ਆਪਣਾ ਸ਼ੇਅਰ ਆਫ ਕੈਪੀਟਲ ਮਿਲਦਾ ਉਹਨੂੰ, ਇੰਟਰਸਟ ਔਨ ਕੈਪੀਟਲ ਮਿਲਦਾ ਆ, ਰੀਵੈਲੂਏਸ਼ਨ ਪ੍ਰੋਫਿਟ ਵਿੱਚੋਂ ਸ਼ੇਅਰ ਮਿਲਦਾ ਉਹਨੂੰ, ਸ਼ੇਅਰ ਆਫ ਪ੍ਰੋਫਿਟ ਐਕਸੈਕਟਰਾ। ਸ਼ੇਅਰ ਆਫ ਪ੍ਰੋਫਿਟ ਕਿਹੜਾ ਪ੍ਰੋਫਿਟ ਦੀ ਗੱਲ ਕਰ ਰਹੇ ਜਿਹੜੇ ਕਿ ਐਸੈਟ ਸਾਈਡ ਦੇ ਵਿੱਚ ਹੁੰਦਾ ਉਹ 'ਤੇ ਲਾਸ ਹੋ ਗਿਆ, ਜਿਹੜਾ ਲਾਇਬਿਲਿਟੀ ਸਾਈਡ 'ਤੇ ਗਿਵਨ ਹੁੰਦਾ ਦੈਟ ਇਜ਼ ਦਾ ਸ਼ੇਅਰ ਆਫ ਪ੍ਰੋਫਿਟ, ਅਤੇ ਉਹਦੇ ਵਿੱਚੋਂ ਆਪਾਂ ਉਹਦਾ ਸ਼ੇਅਰ ਉਹਨੂੰ ਕ੍ਰੈਡਿਟ ਕਰ ਦਿੰਦੇ ਹਾਂ ਅਪ ਟੂ ਦੀ ਡੇਟ ਆਫ ਹਿਸ ਰਿਟਾਇਰਮੈਂਟ, ਜਿੰਨਾ ਟਾਈਮ ਉਹਨੇ ਕੰਮ ਕੀਤਾ। ਸਿਮਿਲਰਲੀ ਹੀ ਇਜ਼ ਲਾਇਬਲ ਫॉर ਏ ਸ਼ੇਅਰ ਇਨ ਆਲ ਦਾ ਲਾਸਿਸ। ਇੱਦਾਂ ਹੀ ਸਿਮਿਲਰਲੀ ਮਤਲਬ ਕਿ ਜਿਹੜੇ ਲਾਸ ਆ ਉਹਦੇ ਵਿੱਚ ਵੀ ਉਹਦਾ ਸ਼ੇਅਰ ਬਣਦਾ ਆ। ਐਕਿਊਮੂਲੇਟ ਲਾਸ ਹੋ ਗਿਆ, ਰੀਵੈਲੂਏਸ਼ਨ ਲਾਸ ਹੋ ਗਿਆ, ਡਰਾਇੰਗਸ ਹੋ ਗਈਆਂ, ਇੰਟਰਸਟ ਔਨ ਡਰਾਇੰਗ ਹੋ ਗਿਆ, ਸ਼ੇਅਰ ਆਫ ਕਰੰਟ ਈਅਰ ਲਾਸ, ਮੰਨ ਲਓ ਕੋਈ ਕਰੰਟ ਈਅਰ ਦਾ ਲਾਸ ਆ ਅਤੇ ਉਹਦੇ ਵਿੱਚ ਵੀ ਉਹ ਆਪਣਾ ਜਿਹੜਾ ਆ ਸ਼ੇਅਰ ਆਫ ਲਾਸ ਜਿਹੜਾ ਆ ਦੇਗਾ। ਅੱਛਾ ਦੇਖੋ, ਹੁਣ ਜਿੰਨੇ ਵੀ ਪ੍ਰੋਫਿਟ ਨੇ ਨਾ ਇਹ ਸਾਰੇ ਪਾਰਟਨਰਸ ਕੈਪੀਟਲ ਅਕਾਊਂਟ ਵਿੱਚ ਕ੍ਰੈਡਿਟ ਹੁੰਦੇ ਆ, ਮੀਨਸ ਕਿ ਬਾਏ ਸਾਈਡ ਲਿਖੇ ਜਾਂਦੇ ਆ, ਐਂਡ ਜਿੰਨੇ ਵੀ ਲਾਸ ਆ ਉਹ ਪਾਰਟਨਰ ਦੇ ਅਕਾਊਂਟ ਵਿੱਚ ਡੈਬਿਟ ਕੀਤੇ ਜਾਂਦੇ ਕਿਉਂਕਿ ਉਹ ਪਾਰਟਨਰ ਕੰਪਨੀ ਨੂੰ ਦੇ ਰਿਹਾ ਆ, ਇਸ ਕਰਕੇ ਉਹ ਪਾਰਟਨਰ ਦਾ ਕੈਪੀਟਲ ਅਕਾਊਂਟ ਡੈਬਿਟ ਹੋ ਜਾਂਦਾ ਆ। ਟਿਲ ਦਾ ਡੇਟ ਆਫ ਹਿਸ ਰਿਟਾਇਰਮੈਂਟ ਹੀ ਇਜ਼ ਨਾਟ ਲਾਇਬਲ ਫॉर ਐਨੀ ਲਾਸ ਇਨਕਰਡ ਬਾਈ ਦਾ ਫਰਮ। ਜਦੋਂ ਇੱਕ ਵਾਰੀ ਪਾਰਟਨਰ ਰਿਟਾਇਰ ਹੋ ਗਿਆ ਉਸ ਤੋਂ ਬਾਅਦ ਉਹ ਕੰਪਨੀ ਨੂੰ ਕਿਸੇ ਵੀ ਟਾਈਪ ਦਾ ਕੋਈ ਵੀ ਮਤਲਬ ਕਿ ਲਾਸ ਵਿੱਚ ਆਪਣਾ ਹਿੱਸਾ ਨਹੀਂ ਪਾਉਂਦਾ। ਐਡਜਸਟਮੈਂਟਸ ਕਿਹੜੀ ਰਿਕੁਆਇਰਡ ਹੁੰਦੀਆਂ ਆ ਐਟ ਦਾ ਟਾਈਮ ਆਫ ਦੀ ਰਿਟਾਇਰਮੈਂਟ ਆਫ ਅ ਪਾਰਟਨਰ? ਕੈਲਕੂਲੇਸ਼ਨ ਆਫ ਦਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਐਂਡ ਗੇਨਿੰਗ ਰੇਸ਼ੀਓ, ਮਤਲਬ ਕਿ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਵੀ ਕੈਲਕੂਲੇਟ ਕਰਨਾ ਪਏਗਾ, ਗੇਨਿੰਗ ਰੇਸ਼ੀਓ ਵੀ ਕੈਲਕੂਲੇਟ ਕਰਨਾ ਪਏਗਾ। ਟਰੀਟਮੈਂਟ ਆਫ ਗੁੱਡਵਿਲ ਦਾ ਟਰੀਟਮੈਂਟ ਦੇਖੋ ਇਸ ਰਿਟਾਇਰਮੈਂਟ ਦੇ ਵਿੱਚ ਥੋੜ੍ਹਾ ਡਿਫਰੈਂਟ ਹੁੰਦਾ ਆ। ਐਡਮਿਸ਼ਨ ਦੇ ਵਿੱਚ ਆਪਾਂ ਸੈਕਰੀਫਾਈਸਿੰਗ ਯੂਜ਼ ਕਰਦੇ ਸੀ, ਇਹਦੇ ਵਿੱਚ ਆਪਾਂ ਗੇਨਿੰਗ ਰੇਸ਼ੀਓ ਯੂਜ਼ ਕਰਾਂਗੇ। ਬਾਕੀ ਆਪਾਂ ਡਿਟੇਲ ਵਿੱਚ ਇਹਨੂੰ ਵਿਦ ਐਗਜ਼ਾਮਪਲ ਜਿਹੜਾ ਆ ਹੋਰ ਕਲੀਅਰ ਕਰ ਦਾਂਗੇ। ਟਰੀਟਮੈਂਟ ਆਫ ਐਕਿਊਮੂਲੇਟਿਡ ਪ੍ਰੋਫਿਟ ਐਂਡ ਲਾਸ ਬਿਲਕੁਲ ਸੇਮ ਆ ਜਿੱਦਾਂ ਐਡਮਿਸ਼ਨ ਵਿੱਚ ਹੁੰਦਾ ਸੀਗਾ। ਰੀਵੈਲੂਏਸ਼ਨ ਆਫ ਐਸਟ ਐਂਡ ਲਾਇਬਿਲਿਟੀ ਇਹ ਵੀ ਸੇਮ ਆ। ਅਸਰਟੇਨਮੈਂਟ ਆਫ ਪ੍ਰੋਫਿਟ ਐਂਡ ਲਾਸ ਅਪ ਟੂ ਦੀ ਡੇਟ ਆਫ ਰਿਟਾਇਰਮੈਂਟ, ਇਹ ਪ੍ਰੋਫਿਟ ਐਂਡ ਲਾਸ ਜਿਹੜਾ ਵੀ ਹੈ ਤੁਹਾਨੂੰ ਕੁਐਸਚਨ ਦੇ ਐਡਜਸਟਮੈਂਟ ਵਿੱਚ ਗਿਵਨ ਹੋਏਗਾ, ਅਤੇ ਉਹਦਾ ਅਪ ਟੂ ਦੀ ਟਾਈਮ ਆਫ ਦਾ ਮੀਨਸ ਰਿਟਾਇਰਮੈਂਟ, ਜਦੋਂ ਤੱਕ ਪਾਰਟਨਰ ਨੇ ਵਰਕ ਕੀਤਾ ਆ ਬਿਜ਼ਨਸ ਦੇ ਵਿੱਚ ਉਦੋਂ ਤੱਕ ਜਿਹੜਾ ਆ ਆਪਾਂ ਉਹਦਾ ਸ਼ੇਅਰ ਆਫ ਪ੍ਰੋਫਿਟ ਐਂਡ ਲਾਸ ਜਿਹੜਾ ਆ ਕੈਲਕੂਲੇਟ ਕਰਾਂਗੇ। ਕੈਲਕੂਲੇਸ਼ਨ ਆਫ ਦਾ ਟੋਟਲ ਅਮਾਊਂਟ ਡਿਊ ਟੂ ਦਾ ਰਿਟਾਇਰਿੰਗ ਪਾਰਟਨਰ। ਹੁਣ ਦੇਖੋ ਜਿਹੜਾ ਟੋਟਲ ਅਮਾਊਂਟ ਆ ਰਿਟਾਇਰਿੰਗ ਪਾਰਟਨਰ ਨੂੰ ਜਿਹੜਾ ਆਪਾਂ ਦੇਣਾ ਆ ਉਹਦੀ ਕੈਲਕੂਲੇਸ਼ਨ ਕਰਨੀ ਪੈਂਦੀ ਆ। ਕੈਲਕੂਲੇਸ਼ਨ ਕਰਨ ਤੋਂ ਬਾਅਦ ਉਹਦਾ ਅਕਾਊਂਟ ਸੈਟਲ ਕਰਨਾ ਪੈਂਦਾ ਆ। ਹੁਣ ਦੇਖੋ ਜਿੱਦਾਂ ਐਡਜਸਟਮੈਂਟ ਆਫ ਕੈਪੀਟਲ ਸੀਗਾ ਐਡਮਿਸ਼ਨ ਦੇ ਵਿੱਚ, ਸਿਮਿਲਰਲੀ ਰਿਟਾਇਰਿੰਗ ਦੇ ਵਿੱਚ ਵੀ ਹੁੰਦਾ ਆ।
ਤੇ ਜਦੋਂ ਪਾਰਟਨਰ ਰਿਟਾਇਰ ਹੋ ਗਿਆ ਉਹਦੀ ਰਿਟਾਇਰਮੈਂਟ ਤੋਂ ਬਾਅਦ ਬਾਕੀ ਜਿਹੜੇ ਕੰਟੀਨਿਊਇੰਗ ਪਾਰਟਨਰ ਆ ਉਹਨਾਂ ਦਾ ਅਕਾਊਂਟ ਸੈਟਲ ਕੀਤਾ ਜਾਂਦਾ ਆ। ਅਕਾਊਂਟਿੰਗ ਟ੍ਰੀਟਮੈਂਟ ਰਿਕੁਆਇਰਡ ਐਟ ਦਾ ਟਾਈਮ ਆਫ ਰਿਟਾਇਰਮੈਂਟ ਆਫ ਅ ਪਾਰਟਨਰ। ਕੈਲਕੂਲੇਸ਼ਨ ਆਫ ਦਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ। ਦੇਖੋ ਹੁਣ ਨਿਊ ਰੇਸ਼ੋ ਕੀ ਆ ਐਂਡ ਗੇਨਿੰਗ ਰੇਸ਼ੋ ਕੀ ਆ। ਦੇਖੋ ਪਾਰਟਨਰ ਤਾਂ ਚਲਾ ਗਿਆ ਬਟ ਜਿਹੜੇ ਰਿਮੇਨਿੰਗ ਪਾਰਟਨਰ ਆ ਉਹ ਆਪਣੀ ਪਾਰਟਨਰਸ਼ਿਪ ਬਿਜ਼ਨਸ ਨੂੰ ਕੰਟੀਨਿਊ ਕਰਦੇ ਆ। ਨਿਊ ਰੇਸ਼ੋ ਦਾ ਰੇਸ਼ੋ ਇਨ ਵਿਚ ਦਾ ਕੰਟੀਨਿਊਇੰਗ ਪਾਰਟਨਰ ਡਿਸਾਈਡ ਟੂ ਸ਼ੇਅਰ ਦਾ ਫਿਊਚਰ ਐਂਡ ਪ੍ਰੋਫਿਟ, ਉਹਨੂੰ ਆਪਾਂ ਨਿਊ ਰੇਸ਼ੋ ਬੋਲਤਾ। ਜਿਹੜੀ ਰੇਸ਼ੋ ਦੇ ਵਿੱਚ ਰਿਮੇਨਿੰਗ ਪਾਰਟਨਰ ਜਿੱਦਾਂ ਕਿ ਹੁਣ ABC 3 ਪਾਰਟਨਰ ਆ, B ਰਿਟਾਇਰ ਹੋ ਗਿਆ ਅਤੇ A ਅਤੇ C ਨੇ ਜਿਹੜੇ ਰੇਸ਼ੋ ਦੇ ਵਿੱਚ ਆਪਸ ਵਿੱਚ ਡਿਸਾਈਡ ਹੀ ਕੀਤਾ ਕਿ ਆਪਾਂ ਫਰਦਰ ਇਸ ਰੇਸ਼ੋ ਦੇ ਵਿੱਚ ਜਿਹੜਾ ਆਪਣਾ ਬਿਜ਼ਨਸ ਰਨ ਕਰਾਂਗੇ, ਉਹ ਨਿਊ ਰੇਸ਼ੋ ਹੋ ਗਿਆ। ਹੁਣ ਗੇਨਿੰਗ ਰੇਸ਼ੋ ਦ ਰੇਸ਼ੋ ਇਨ ਵਿਚ ਦਾ ਕੰਟੀਨਿਊਇੰਗ ਪਾਰਟਨਰ ਐਕਵਾਇਰ ਦਾ ਆਊਟਗੋਇੰਗ ਪਾਰਟਨਰ ਸ਼ੇਅਰ। ਹੁਣ ਜਿੱਦਾਂ B ਪਾਰਟਨਰ ਰਿਟਾਇਰ ਹੋਇਆ ਤਾਂ ਉਹਦਾ ਸ਼ੇਅਰ A ਅਤੇ C ਆਪਸ ਦੇ ਵਿੱਚ ਕਿਹੜੀ ਰੇਸ਼ੋ ਦੇ ਵਿੱਚ ਸ਼ੇਅਰ ਕਰ ਰਹੇ ਆ, ਉਹ ਐਕਵਾਇਰਿੰਗ ਸ਼ੇਅਰ ਜਿਹੜਾ ਆ ਗੇਨਿੰਗ ਰੇਸ਼ੋ ਹੁੰਦਾ ਆ। ਇਹਦਾ ਫਾਰਮੂਲਾ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਆ। ਜਿੱਦਾਂ ਕਿ ਆਪਾਂ ਸੈਕਰੀਫਾਈਸਿੰਗ ਕੈਲਕੂਲੇਟ ਕਰਦੇ ਹਾਂ ਉਹਦੇ ਵਿੱਚ ਆਪਾਂ ਓਲਡ ਮਾਈਨਸ ਨਿਊ ਕਰ ਦਿੰਦੇ ਹਾਂ, ਐਂਡ ਅਗਰ ਗੇਨਿੰਗ ਰੇਸ਼ੋ ਕੱਢ ਰਹੇ ਹਾਂ ਦੈਨ ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ ਕੈਲਕੂਲੇਟ ਕਰਾਂਗੇ। ਬੇਸਿਕਲੀ ਡਿਫਰੈਂਸ ਕੀ ਆ ਸੈਕਰੀਫਾਈਸਿੰਗ ਅਤੇ ਗੇਨਿੰਗ ਰੇਸ਼ੋ ਦੇ ਵਿੱਚ। ਦੇਖੋ ਤੁਹਾਡੀ ਇਹ ਬੇਸਿਕਲੀ ਥਿਓਰੀਟੀਕਲ ਪਾਰਟ ਆ, ਕਿਉਂਕਿ ਅਗਰ ਆਬਜੈਕਟਿਵ ਕੁਐਸਚਨਸ ਹੁੰਦੇ ਆ ਦੈਨ ਤੁਹਾਨੂੰ ਥੋੜ੍ਹਾ ਡਿਟੇਲ ਦੇ ਵਿੱਚ ਥਿਓਰੀ ਜਿਹੜੀ ਆਪਣੀ ਸਟੱਡੀ ਕਰਨੀ ਪਏਗੀ। ਸੋ ਸੈਕਰੀਫਾਈਸਿੰਗ ਰੇਸ਼ੋ ਕੀ ਹੈ? ਦ ਰੇਸ਼ੋ ਇਨ ਵਿਚ ਦਾ ਓਲਡ ਪਾਰਟਨਰ ਸੈਕਰੀਫਾਈਸ ਇਨ ਦਾ ਫੇਵਰ ਆਫ ਨਿਊ ਪਾਰਟਨਰ। ਮਤਲਬ ਓਲਡ ਪਾਰਟਨਰ ਸੈਕਰੀਫਾਈਸ ਕਰਦੇ ਆ ਨਿਊ ਪਾਰਟਨਰ ਦੇ ਫੇਵਰ ਲਈ, ਆਪਣਾ ਸ਼ੇਅਰ ਵਿੱਚੋਂ ਕੱਢ ਕੇ ਉਹਨੂੰ ਦਿੰਦੇ ਆ ਨਾ, ਦੈਟ ਇਜ਼ ਸੈਕਰੀਫਾਈਸਿੰਗ। ਗੇਨਿੰਗ ਰੇਸ਼ੋ ਦੇ ਵਿੱਚ ਕੀ ਆ? ਕੰਟੀਨਿਊਇੰਗ ਪਾਰਟਨਰ ਜਿਹੜੇ ਆ ਉਹ ਐਕਵਾਇਰ ਕਰਦੇ ਆ ਕਿਹਦਾ ਸ਼ੇਅਰ? ਰਿਟਾਇਰਿੰਗ ਪਾਰਟਨਰ ਦਾ ਸ਼ੇਅਰ। ਕਿ ਅਗਰ ਕੋਈ ਪਾਰਟਨਰ ਰਿਟਾਇਰ ਹੋ ਰਿਹਾ ਆ ਅਤੇ ਉਹਦਾ ਸ਼ੇਅਰ ਜਿਹੜੇ ਆ ਰਿਮੇਨਿੰਗ ਪਾਰਟਨਰਸ ਆਪਸ ਦੇ ਵਿੱਚ ਸ਼ੇਅਰ ਕਰ ਲੈਂਦੇ ਆ, ਉਹ ਗੇਨਿੰਗ ਰੇਸ਼ੋ ਹੋ ਗਿਆ। ਹੁਣ ਇਹਨੂੰ ਕੈਲਕੂਲੇਟ ਕਦੋਂ ਕੀਤਾ ਜਾਂਦਾ ਆ? ਸੈਕਰੀਫਾਈਸਿੰਗ ਇਜ਼ ਕੈਲਕੂਲੇਟਿਡ ਐਟ ਦਾ ਟਾਈਮ ਆਫ ਐਡਮਿਸ਼ਨ ਆਫ ਅ ਪਾਰਟਨਰ ਐਂਡ ਗੇਨਿੰਗ ਰੇਸ਼ੋ ਇਜ਼ ਕੈਲਕੂਲੇਟਿਡ ਐਟ ਦਾ ਟਾਈਮ ਆਫ ਰਿਟਾਇਰਮੈਂਟ ਆਫ ਅ ਪਾਰਟਨਰ ਔਰ ਦੀ ਡੈਥ ਆਫ ਦਾ ਪਾਰਟਨਰ। ਪਰਪਸ ਕੀ ਆ ਸੈਕਰੀਫਾਈਸਿੰਗ ਰੇਸ਼ੋ ਦਾ? ਇਟ ਇਜ਼ ਕੈਲਕੂਲੇਟਿਡ ਟੂ ਨੋ ਹਾਊ ਮਚ ਈਚ ਪਾਰਟਨਰ ਨੀਡਸ ਟੂ ਸੈਕਰੀਫਾਈਸ ਫॉर ਦ ਨਿਊ ਪਾਰਟਨਰ। ਮਤਲਬ ਕਿ ਕਿੰਨਾ ਸ਼ੇਅਰ ਜਿਹੜਾ ਪਾਰਟਨਰ ਨੂੰ ਜ਼ਰੂਰਤ ਹੈ ਸੈਕਰੀਫਾਈਸ ਕਰਨ ਲਈ ਨਿਊ ਪਾਰਟਨਰ ਦੇ ਫੇਵਰ ਦੇ ਵਿੱਚ। ਐਂਡ ਗੇਨਿੰਗ ਰੇਸ਼ੋ ਦੇ ਵਿੱਚ ਹੈ ਕਿ ਰਿਮੇਨਿੰਗ ਪਾਰਟਨਰ ਕਿੰਨਾ ਸ਼ੇਅਰ ਗੇਨ ਕਰ ਸਕਦੇ ਆ ਇਨ ਵੈਨ ਅ ਪਾਰਟਨਰ ਰਿਟਾਇਰ ਔਰ ਡਾਈ, ਜਦੋਂ ਇੱਕ ਪਾਰਟਨਰ ਦੀ ਰਿਟਾਇਰਮੈਂਟ ਜਾਂ ਡੈਥ ਹੋ ਜਾਂਦੀ ਆ। ऑब्जेक्टिव की है? इट इज़ यूज टू शेयर द गुडविल ब्रॉट इन कैश बाय द न्यू पार्टनर बिटवीन ओल्ड पार्टनर। ਹੁਣ ਸੈਕਰੀਫਾਈਸਿੰਗ ਰੇਸ਼ੋ ਆਪਾਂ ਕਦੋਂ ਯੂਜ਼ ਕਰਦੇ ਹਾਂ? ਜਦੋਂ ਨਿਊ ਪਾਰਟਨਰ ਗੁੱਡਵਿਲ ਲੈ ਕੇ ਆਉਂਦਾ ਆ ਅਤੇ ਸੈਕਰੀਫਾਈਸਿੰਗ ਰੇਸ਼ੋ ਦੇ ਵਿੱਚ ਜਿਹੜੇ ਓਲਡ ਪਾਰਟਨਰਸ ਉਸ ਗੁੱਡਵਿਲ ਨੂੰ ਡਿਸਟਰੀਬਿਊਟ ਕਰ ਲੈਂਦੇ ਆ। ਬਟ ਗੇਨਿੰਗ ਰੇਸ਼ੋ ਕਦੋਂ ਹੁੰਦਾ ਆ? ਗੇਨਿੰਗ ਰੇਸ਼ੋ ਉਦੋਂ ਯੂਜ਼ ਹੋਏਗਾ ਜਦੋਂ ਆਪਾਂ ਰਿਟਾਇਰਿੰਗ ਪਾਰਟਨਰ ਨੂੰ ਕੋਈ ਨਾ ਕੋਈ ਕੰਪਨਸੇਟ ਕਰ ਰਹੇ ਆ ਨਾ, ਅਤੇ ਉਹ ਗੇਨਿੰਗ ਰੇਸ਼ੋ ਉਦੋਂ ਯੂਜ਼ ਕੀਤਾ ਜਾਂਦਾ ਆ। ਬਾਕੀ ਫਾਰਮੂਲਾ ਤੁਹਾਨੂੰ ਪਤਾ, ਸੈਕਰੀਫਾਈਸਿੰਗ ਦਾ ਓਲਡ ਮਾਈਨਸ ਨਿਊ ਆ ਅਤੇ ਗੇਨਿੰਗ ਦਾ ਨਿਊ ਮਾਈਨਸ ਓਲਡ ਆ। ਦੈਨ ਇਫੈਕਟ ਔਨ ਦੀ ਕੈਪੀਟਲ। ਓਲਡ ਪਾਰਟਨਰ ਦੇ ਕੈਪੀਟਲ ਅਕਾਊਂਟ ਇਫੈਕਟ ਹੁੰਦੇ ਸੈਕਰੀਫਾਈਸਿੰਗ ਰੇਸ਼ੋ ਦੇ ਵਿੱਚ, ਐਂਡ ਰਿਟਾਇਰਮੈਂਟ ਦੇ ਵਿੱਚ ਗੇਨਿੰਗ ਰੇਸ਼ੋ ਵਿੱਚ ਐਡਜਸਟਮੈਂਟ ਹੁੰਦੀ ਆ। ਨਾਓ ਕੈਲਕੂਲੇਟਿੰਗ ਦਾ ਗੇਨਿੰਗ ਰੇਸ਼ੋ। ਹੁਣ ਗੇਨਿੰਗ ਰੇਸ਼ੋ ਕੈਲਕੂਲੇਟ ਕਰਨ ਦੇ ਦੇਖੋ ਡਿਫਰੈਂਟ ਕੇਸਿਸ ਆ, ਜਿਹਦੇ ਵਿੱਚ ਸਭ ਤੋਂ ਪਹਿਲਾ ਕੇਸ ਆ ਰਿਲੇਟਿਵ ਰੇਸ਼ੋ ਬਿਟਵੀਨ ਰਿਮੇਨਿੰਗ ਪਾਰਟਨਰਸ ਅਨਚੇਂਜਡ। ਦੇਖੋ ਜਦੋਂ ਰਿਮੇਨਿੰਗ ਪਾਰਟਨਰ ਦੇ ਵਿੱਚ ਕੋਈ ਵੀ ਰੇਸ਼ੋ ਚੇਂਜ ਨਹੀਂ ਹੋ ਰਿਹਾ, ਇਹਦੇ 'ਚ ਬਹੁਤ ਸਿੰਪਲ ਆ, ਤੁਹਾਨੂੰ ਕੋਈ ਕੈਲਕੂਲੇਸ਼ਨ ਕਰਨ ਦੀ ਵੀ ਜ਼ਰੂਰਤ ਨਹੀਂ ਆ। ਐਗਜ਼ਾਮਪਲ ਦੇਖੋ ਕੀ ਦਿੱਤਾ ਆ, XYZ 3 ਪਾਰਟਨਰਸ ਨੇ, ਰੇਸ਼ੋ ਆ 1/2, 3/10, 1/5। ਜਦੋਂ ਤੁਸੀਂ ਇਹਨਾਂ ਦਾ ਐਲਸੀਐਮ ਲਓਗੇ ਰੇਸ਼ੋ ਤੁਹਾਡੀ ਪ੍ਰੋਪਰ ਆ ਜਾਏਗੀ 5:3:2। ਹੁਣ ਇਹਨਾਂ ਨੇ ਬੋਲਿਆ ਕੈਲਕੂਲੇਟ ਦਾ ਨਿਊ ਰੇਸ਼ੋ ਐਂਡ ਸੈਕਰੀਫਾਈਸਿੰਗ ਰੇਸ਼ੋ ਇਫ X ਰਿਟਾਇਰ। X ਰਿਟਾਇਰ ਹੋ ਗਿਆ। ਹੋਰ ਦੇਖੋ ਕੋਈ ਵੀ ਚੀਜ਼ ਜਿਹੜੀ ਇਹਦੇ ਵਿੱਚ ਨਹੀਂ ਦਿੱਤੀ ਹੋਈ, ਕੋਈ ਵੀ ਚੀਜ਼ ਜਿਹੜੀ ਨਹੀਂ ਦਿੱਤੀ ਹੋਈ। ਹੁਣ X ਜਦੋਂ ਰਿਟਾਇਰ ਹੋ ਗਿਆ ਤਾਂ ਉਦੋਂ ਕੀ ਕਰੋਗੇ? ਕੈਲਕੂਲੇਟ ਦਾ ਨਿਊ ਰੇਸ਼ੋ ਹੈ ਨਾ, X ਰਿਟਾਇਰ ਹੋ ਗਿਆ, ਆਹ ਰੇਸ਼ੋ ਹੈ 5:3:2। ਅਤੇ ਜਦੋਂ X ਚਲਾ ਗਿਆ ਰਿਮੇਨਿੰਗ ਰੇਸ਼ੋ ਕਿੰਨੀ ਬਚ ਗਈ ਤੁਹਾਡੇ ਕੋਲੋਂ? 3:2। ਇਹੀ ਤੁਹਾਡੀ ਨਿਊ ਰੇਸ਼ੋ ਬਣੀ ਜਾਏਗੀ, ਇਹੀ ਤੁਹਾਡੀ ਗੇਨਿੰਗ ਰੇਸ਼ੋ ਬਣੀ ਜਾਏਗੀ। ਜਿਹੜਾ ਵੀ ਆ ਵਰਕ ਤੁਹਾਨੂੰ ਇੱਥੇ ਦਿਖਾਇਆ ਗਿਆ ਆ, ਵਰਕਿੰਗ ਦਿਖਾਈ ਗਈ ਹੈ, ਇਹਦਾ ਕੋਈ ਜ਼ਰੂਰਤ ਹੀ ਨਹੀਂ ਆ ਇਹਨੂੰ ਯੂਜ਼ ਕਰਨ ਦੀ। ਸਿੰਪਲ ਤੁਸੀਂ ਦੇਖੋ ਕੋਈ ਵੀ ਇਹਦੇ ਵਿੱਚ ਬਟ ਕੰਡੀਸ਼ਨ ਆ ਕਿ ਕੋਈ ਵੀ ਐਡਜਸਟਮੈਂਟ ਨਹੀਂ ਦਿੱਤੀ ਕਿ ਜਦੋਂ ਇੱਕ ਪਾਰਟਨਰ ਕੋਈ ਰਿਟਾਇਰ ਹੋ ਗਿਆ ਅਤੇ ਰਿਮੇਨਿੰਗ ਪਾਰਟਨਰ ਨੇ ਕਿਹੜੀ ਰੇਸ਼ੋ ਦੇ ਵਿੱਚ ਉਹਦਾ ਸ਼ੇਅਰ ਐਕਵਾਇਰ ਕੀਤਾ ਜਾਂ ਕੁਛ ਵੀ ਇੱਦਾਂ ਦੀ ਐਡਜਸਟਮੈਂਟ ਨਹੀਂ ਆ। ਸਿੰਪਲ ਕੁਐਸਚਨ ਇਹ ਹੈ ਕਿ ਨਿਊ ਰੇਸ਼ੋ ਜਾਂ ਗੇਨਿੰਗ ਰੇਸ਼ੋ ਕੈਲਕੂਲੇਟ ਕਰੋ। ਤਾਂ ਜਦੋਂ ਵੀ ਇੱਦਾਂ ਦਾ ਕੇਸ ਆਏਗਾ ਤਾਂ ਨਿਊ ਰੇਸ਼ੋ ਅਤੇ ਗੇਨਿੰਗ ਰੇਸ਼ੋ ਸੇਮ ਹੋਣਗੇ।
Next is the case 2. When the profit sharing ratio between continuing partner is changed, the new ratio between remaining partner is given. ਹੁਣ ਦੇਖੋ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜਿਹੜਾ ਆ ਬਿਟਵੀਨ ਕੰਟੀਨਿਊਇੰਗ ਪਾਰਟਨਰ ਇਜ਼ ਚੇਂਜਡ। ਜਿਹੜੇ ਪਾਰਟਨਰਸ ਆਪਣੀ ਪਾਰਟਨਰਸ਼ਿਪ ਫਰਮ ਨੂੰ ਕੰਟੀਨਿਊ ਕਰ ਰਹੇ ਆ ਉਹਨਾਂ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਹੋ ਗਿਆ ਐਂਡ ਜਿਹੜਾ ਨਿਊ ਰੇਸ਼ੋ ਆ ਰਿਮੇਨਿੰਗ ਪਾਰਟਨਰ ਦੇ ਵਿੱਚ ਉਹ ਵੀ ਗਿਵਨ ਆ। If the continuing partner decide to share future profit in the some other ratio, then the gaining ratio will also change. तो obviously gaining ratio ਜਿਹੜੀ ਆ change ਹੋ ਜਾਏਗੀ। ਇਹਦੇ ਵਿੱਚ ਦੇਖੋ ਕੀ ਆ ਓਲਡ ਸ਼ੇਅਰ ਅਤੇ ਨਿਊ ਰੇਸ਼ੋ ਜਿਹੜਾ ਹੈ ਕੰਟੀਨਿਊਇੰਗ ਪਾਰਟਨਰ ਦਾ ਗਿਵਨ ਹੋਏਗਾ ਅਤੇ ਗੇਨਿੰਗ ਰੇਸ਼ੋ ਕਿੱਦਾਂ ਕਰ ਲਓਗੇ ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ। ਦੇਖੋ ਵੈਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਬਿਟਵੀਨ ਦਾ ਪਾਰਟਨਰ ਇਜ਼ ਚੇਂਜ। ਐਗਜ਼ਾਮਪਲ ਦੇਖਦੇ ਹਾਂ ABC 3 ਪਾਰਟਨਰ ਦੀ ਰੇਸ਼ੋ 3:1। C ਰਿਟਾਇਰ ਫਰੋਮ ਦਾ ਫਰਮ। A and B decided the share future profit in the ratio 7:5। ਹੁਣ ਦੇਖੋ ਓਲਡ ਰੇਸ਼ੋ ਵੀ ਦਿੱਤਾ ਹੈ ਨਿਊ ਰੇਸ਼ੋ ਵੀ ਦਿੱਤਾ ਹੈ ਤੁਹਾਨੂੰ ਕੁਐਸਚਨ ਵਿੱਚ ਉਹਨਾਂ ਨੇ ਕਿਹਾ ਆ ਕਿ ਗੇਨਿੰਗ ਰੇਸ਼ੋ ਕੈਲਕੂਲੇਟ ਕਰੋ। ਸਿੰਪਲ ਆਪਾਂ ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ ਪੁੱਟ ਕਰਕੇ ਉਹਨਾਂ ਦਾ ਗੇਨਿੰਗ ਰੇਸ਼ੋ ਫਾਈਂਡ ਆਊਟ ਕਰ ਲਿਆ। ਕੇਸ 3 ਵੈਨ ਦਾ ਕੰਟੀਨਿਊਇੰਗ ਪਾਰਟਨਰ ਐਕਵਾਇਰ ਦ ਰਿਟਾਇਰਿੰਗ ਪਾਰਟਨਰ ਸ਼ੇਅਰ ਆਫ ਪ੍ਰੋਫਿਟ ਇਨ ਐਨ ਐਗਰੀਡ ਰੇਸ਼ੋ। ਹੁਣ ਜਦੋਂ ਕੰਟੀਨਿਊਇੰਗ ਪਾਰਟਨਰ ਕੀ ਕਰਦੇ ਆ ਰਿਟਾਇਰਿੰਗ ਪਾਰਟਨਰ ਦਾ ਸ਼ੇਅਰ ਜਿਹੜਾ ਆ ਐਕਵਾਇਰ ਕਰ ਲੈਂਦੇ ਆ ਕਿਸੇ ਨਾ ਕਿਸੇ ਰੇਸ਼ੋ ਦੇ ਵਿੱਚ। ਸੋ ਆਈ ਥਿੰਕ ਦਿਸ ਕੇਸ ਆਈ ਸ਼ੁੱਡ ਐਕਸਪਲੇਨ ਇਨ ਦਾ ਨੈਕਸਟ ਲੈਕਚਰ। ਫਿਲਹਾਲ ਜਿੰਨਾ ਤੁਹਾਨੂੰ ਅੱਜ ਤੱਕ ਕੇਸ ਕਰਵਾਇਆ ਗਿਆ ਉਹ ਤੁਸੀਂ ਸਟੱਡੀ ਕਰ ਲਓ ਤਾਂ ਕਿ ਤੁਹਾਡੇ ਲਈ ਵੀ ਥੋੜ੍ਹਾ ਕੋਈ ਬੋਰਿੰਗ ਨਾ ਹੋਵੇ। ਬਾਕੀ ਜਿਹੜਾ ਰੇਸ਼ੋ ਪਾਰਟ ਆ that will be continued in the next lecture. Thanks and have a nice day.